ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਪਤ ਸਾਮਰਾਜ ਦੇ ਬਾਰੇ ਵਿੱਚ। ਗੁਪਤ ਸਾਮਰਾਜ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਸਾਮਰਾਜ ਹੈਗਾ ਇਹ ਕੁਸ਼ਾਣਾਂ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਕੁਸ਼ਾਣ ਵੰਸ਼ ਤੋਂ ਬਾਅਦ। ਕੱਲ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕੁਸ਼ਾਣ ਵੰਸ਼ ਦੇ ਬਾਰੇ ਵਿੱਚ, ਜਿਸ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਉਸ ਵੰਸ਼ ਦੇ ਸੰਸਥਾਪਕ ਹੈਗੇ ਨੇ ਕੁਜ਼ੁਲ ਕਡਫਿਸਿਸ, ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਸੀ। ਉਸ ਤੋਂ ਵਿਮ ਕਡਫਿਸਿਸ ਦੀ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜੇ ਕਨਿਸ਼ਕ ਹੈਗੇ ਨੇ ਜੋ ਸਾਮਰਾਜ ਦੇ ਸਭ ਤੋਂ ਮਹਾਨ ਸ਼ਾਸਕ ਸੀ, ਉਹਨਾਂ ਦੇ ਬਾਰੇ ਵਿੱਚ ਗੱਲ ਕੀਤੀ ਸੀ। ਜਾਂ ਫਿਰ ਉਸ ਤੋਂ ਅੱਗੇ ਆਪਾਂ ਜੇ ਗੱਲ ਕਰੀਏ ਵਾਸੂਦੇਵ ਤੱਕ ਆਉਂਦੇ ਹੁੰਦੇ ਜਿਹੜੇ ਉਹਨਾਂ ਦੇ ਉੱਤਰਾਧਿਕਾਰੀ ਹੈਗੇ ਨੇ ਉਹ ਕਮਜ਼ੋਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿਸ ਦੇ ਚੱਲਦੇ ਇਸ ਵੰਸ਼ ਦਾ ਜਿਹੜਾ ਅੰਤ ਹੋ ਜਾਂਦਾ ਹੈਗਾ ਏ। ਇਸ ਤੋਂ ਜੇ ਅੱਗੇ ਆਪਾਂ ਗੱਲ ਕਰੀਏ ਤਾਂ ਜਿਹੜਾ ਉੱਤਰ ਭਾਰਤ ਹੈਗਾ ਏ ਉਹ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਤੇ ਜਿਹੜੇ ਰਾਜ ਹੈਗੇ ਨੇ ਉਹ ਆਪਣੀ ਸੁਤੰਤਰਤਾ ਜਿਹੜੀ ਉਹ ਦੀ ਘੋਸ਼ਣਾ ਕਰਦੇ ਨੇ। ਇਸ ਤੋਂ ਬਾਅਦ ਅੱਗੇ ਚੱਲ ਕੇ ਆਪਾਂ ਨੂੰ ਇੱਕ ਰਾਜ ਉੱਭਰਦਾ ਹੋਇਆ ਸਾਹਮਣੇ ਆਉਂਦਾ ਹੈ ਆਪਣੇ, ਜਿਹੜਾ ਕਿ ਗੁਪਤ ਸਾਮਰਾਜ ਦੇ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਇਹ ਜੇ ਰਾਜ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਇਹ ਰਾਜ ਦਾ ਵਿਸਥਾਰ ਹੁੰਦਾ ਹੈਗਾ ਏ। ਤੇ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮੇਨਲੀ ਇਹ ਰਾਜ ਹੈਗਾ ਏ ਇਹ ਕੁਸ਼ਾਣ ਵੰਸ਼ ਦੇ ਖੰਡਰਾਂ ਦੇ ਉੱਪਰ ਜਿਹੜਾ ਆਪਣੀ ਜਿਹੜੀ ਨੀਂਹ ਰੱਖਦਾ ਹੈਗਾ ਏ। ਜੇਕਰ ਆਪਾਂ ਗੁਪਤ ਸਾਮਰਾਜ ਦੇ ਸ਼ਾਸਕਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਸ਼੍ਰੀ ਗੁਪਤ ਜਾਂ ਮਹਾਰਾਜ ਗੁਪਤ ਦੇਖਣ ਨੂੰ ਮਿਲਦੇ ਨੇ, ਜਿਨ੍ਹਾਂ ਨੇ ਇਸ ਵੰਸ਼ ਦੀ ਜਿਹੜੀ ਜਾਂ ਆਪਾਂ ਰਾਜ ਦੀ ਗੱਲ ਕਰੀਏ ਉਹਨਾਂ ਦੀ ਸਥਾਪਨਾ ਕੀਤੀ ਸੀਗੀ। ਤੇ ਇਸ ਤੋਂ ਬਾਅਦ ਅੱਗੇ ਚੱਲ ਕੇ ਜਿਹੜੇ ਇਹਨਾਂ ਦਾ ਪੋਤਰਾ ਹੈਗਾ ਏ ਜਿਸ ਨੂੰ ਚੰਦਰਗੁਪਤ ਪਹਿਲਾਂ ਬੋਲਿਆ ਜਾਂਦਾ ਹੈ, ਤੇ ਉਹਨਾਂ ਨੇ ਇਸ ਵੰਸ਼ ਨੂੰ ਜਿਹੜਾ ਅੱਗੇ ਜਿਹੜਾ ਲੈ ਕੇ ਆਉਂਦੇ ਨੇ, ਇਸ ਸਾਮਰਾਜ ਨੂੰ ਜਿਹੜਾ ਹੋਰ ਉਹਨਾਂ ਦਾ ਵਿਸਤਾਰ ਕਰਦੇ ਹੈਗੇ ਨੇ। ਮਹਾਰਾਜ ਗੁਪਤ ਤੇ ਚੰਦਰਗੁਪਤ ਪਹਿਲੇ ਦੇ ਵਿਚਕਾਰ ਜਿਹੜਾ ਘਟੋਤਕਚ ਗੁਪਤ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿਨ੍ਹਾਂ ਦਾ ਮਤਲਬ ਇਤਿਹਾਸ ਦੇ ਵਿੱਚ ਨਾਮ ਵੀ ਆਉਂਦਾ ਹੈਗਾ ਏ। ਤੇ ਪਰ ਉਹਨਾਂ ਦਾ ਜਿਹੜਾ ਰੋਲ ਹੈਗਾ ਏ ਉਹਨਾਂ ਖਾਸ ਨਾ ਹੋਣ ਦੇ ਕਰਕੇ ਜਿਹੜਾ ਇੱਥੇ ਇਹਨਾਂ ਨੇ ਉਹਨਾਂ ਦੇ ਬਾਰੇ ਵਿੱਚ ਨਹੀਂ ਦਿੱਤਾ। ਪਰ ਜੇ ਆਪਾਂ ਚੰਦਰਗੁਪਤ ਪਹਿਲੇ ਦੀ ਗੱਲ ਕਰੀਏ ਤਾਂ ਆਪਾਂ ਨੂੰ ਇੱਥੇ ਵੀ ਥੋੜ੍ਹਾ ਜਿਹਾ ਕਨਫਿਊਜ਼ਨ ਹੋ ਸਕਦੀ ਹੈਗੀ। ਆਪਾਂ ਕਈ ਵਾਰ ਇਸ ਨੂੰ ਜਿਹੜਾ ਚੰਦਰਗੁਪਤ ਪਹਿਲਾ ਹੈਗਾ ਏ ਇਹਨੂੰ ਆਪਾਂ ਚੰਦਰਗੁਪਤ ਮੌਰਿਆ ਦੇ ਨਾਲ ਜਿਹੜਾ ਆਪਾਂ ਕੰਪੇਅਰ ਕਰ ਦਿੰਦੇ ਹਾਂ, ਤਾਂ ਆਪਾਂ ਕਈ ਵਾਰੀ ਇਹੀ ਸਮਝ ਲੈਂਦੇ ਹਾਂ ਕਿ ਜਿਹੜਾ ਚੰਦਰਗੁਪਤ ਪਹਿਲਾ ਤੇ ਚੰਦਰਗੁਪਤ ਮੌਰਿਆ ਇੱਕੋ ਹੀ ਹੈਗੇ ਨੇ। ਪਰ ਇੱਥੇ ਜਿਹੜੀ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਗੁਪਤ ਸਾਮਰਾਜ ਹੈਗਾ ਇਹਦੇ ਵਿੱਚ ਆਪਾਂ ਨੂੰ ਚੰਦਰਗੁਪਤ ਪਹਿਲਾ ਦੇਖਣ ਨੂੰ ਮਿਲਦਾ ਹੈ। ਤੇ ਜੇ ਆਪਾਂ ਚੰਦਰਗੁਪਤ ਮੌਰਿਆ ਦੀ ਗੱਲ ਕਰੀਏ ਤਾਂ ਉਹ ਜਿਹੜੇ ਮੌਰਿਆ ਸਾਮਰਾਜ ਦੇ ਨਾਲ ਸੰਬੰਧਿਤ ਸੀਗੇ ਤੇ ਉਹਨਾਂ ਦੇ ਵਿੱਚ ਜਿਹੜਾ ਉਹ ਅਲੱਗ ਸਾਮਰਾਜ ਸੀ ਤੇ ਇਹ ਜਿਹੜਾ ਅਲੱਗ ਸਾਮਰਾਜ ਹੈਗਾ ਏ। ਜੇ ਆਪਾਂ ਚੰਦਰਗੁਪਤ ਪਹਿਲੇ ਦੀ ਗੱਲ ਕਰੀਏ ਤਾਂ ਇਹ ਜਿਹੜਾ ਇਸ ਵੰਸ਼ ਦੇ ਇਸ ਟਾਈਮ ਤੱਕ ਦੇ ਜਿਹੜੇ ਮਹਾਨ ਸ਼ਾਸਕ ਹੈਗੇ ਨੇ, ਤੇ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦੇ ਸਿੰਘਾਸਨ ਦੀ ਗੱਲ ਕਰੀਏ ਤਾਂ ਜਦੋਂ ਕਦੋਂ ਬੈਠਦੇ ਨੇ ਉਹ 319 ਈਸਵੀ ਦੇ ਵਿੱਚ ਜਿਹੜਾ ਉਹ ਆਪਣਾ ਜਿਹੜਾ ਗੱਦੀ ਦੇ ਉੱਪਰ ਬੈਠਦੇ ਹੈਗੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਜਿਹੜਾ ਵਿਆਹ ਹੈਗਾ ਏ ਉਹ ਜਿਹੜੀ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਜਿਹੜੀ ਕਿ ਮਗਧ ਦੇ ਨਰੇਸ਼ ਦੀ ਪੁੱਤਰੀ ਸੀਗੀ ਕੁਮਾਰ ਦੇਵੀ, ਉਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਵਿਆਹ ਹੁੰਦਾ ਹੈ। ਤੇ ਇਸ ਦੇ ਚੱਲਦੇ ਜਿਹੜਾ ਇਹਨਾਂ ਦੇ ਸਾਮਰਾਜ ਦਾ ਵਿਸਥਾਰ ਉਹ ਮਗਧ ਤੱਕ ਹੋ ਜਾਂਦਾ ਹੈ। ਤੇ ਇਸ ਤੋਂ ਬਾਅਦ ਜਿਹੜਾ ਜੇ ਆਪਾਂ ਗੱਲ ਕਰੀਏ ਚੰਦਰਗੁਪਤ ਤੋਂ ਬਾਅਦ ਜੋ ਗੁਪਤ ਸਾਮਰਾਜ ਦੇ ਸ਼ਾਸਕ ਹੋਏ ਨੇ ਉਹ ਜਿਹੜੇ ਹੈਗੇ ਨੇ ਇਸ ਵੰਸ਼ ਦੇ ਸਭ ਤੋਂ ਮਹਾਨ ਸ਼ਾਸਕ ਸਮੁੰਦਰਗੁਪਤ ਹੁੰਦੇ ਨੇ। ਤੇ ਇਹ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਗੱਦੀ ਤੇ ਬੈਠਣ ਦੀ ਤਾਂ ਇਹਨਾਂ ਨੂੰ ਜਿਹੜਾ ਚੰਦਰਗੁਪਤ ਜਿਹੜਾ ਪਹਿਲਾ ਹੈਗਾ ਉਹਨਾਂ ਨੇ ਖੁਦ ਹੀ ਗੱਦੀ ਦੇ ਉੱਪਰ ਬੈਠਣ ਲਈ ਚੁਣਿਆ ਸੀ। ਤੇ ਜੇ ਆਪਾਂ ਦੇਖੀਏ ਕਿ ਇਹ ਜਿਹੜਾ 35 ਸਾਲ ਤੱਕ ਇਹਨਾਂ ਨੇ ਸ਼ਾਸਨ ਕੀਤਾ ਹੈਗਾ ਤੇ ਇਹਨਾਂ ਨੇ ਪੂਰੇ ਭਾਰਤ ਨੂੰ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਪੂਰੇ ਭਾਰਤ ਨੂੰ ਹੀ ਤਕਰੀਬਨ ਆਪਣਾ ਜਿਹੜਾ ਅਧੀਨ ਲੈ ਆਂਦਾ ਸੀ। ਉੱਤਰ ਭਾਰਤ ਦੇ ਵਿੱਚ ਇਹਨਾਂ ਨੇ ਸਿੱਧੇ ਤੌਰ ਤੇ ਸ਼ਾਸਨ ਕੀਤਾ। ਜੇ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਜਿੱਤਾਂ ਪ੍ਰਾਪਤ ਕੀਤੀਆਂ ਸੀਗੀਆਂ। ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਮਤਲਬ ਜਿਹੜੇ ਸ਼ਾਸਕ ਸੀਗੇ ਉਹਨਾਂ ਨੂੰ ਜਦੋਂ ਉਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਤਾਂ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ ਸੀ। ਤੇ ਕਹਿ ਸਕਦੇ ਹਾਂ ਆਪਾਂ ਕਿ ਉਹ ਜਿਹੜੇ ਸੁਤੰਤਰ ਨਾ ਰਹਿ ਕੇ ਜਿਹੜਾ ਸਮੁੰਦਰਗੁਪਤ ਦੇ ਅਧੀਨ ਸ਼ਾਸਨ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਜਿਹੜੀਆਂ ਇਹਨਾਂ ਦੀਆਂ ਸਫਲਤਾਵਾਂ ਹੈਗੀਆਂ ਨੇ ਇਹਨਾਂ ਦਾ ਵਰਣਨ ਜਿਹੜੇ ਇਹਨਾਂ ਦੇ ਰਾਜ ਕਵੀ ਸੀਗੇ ਹਰੀ ਸੇਨ ਉਹਨਾਂ ਦੁਆਰਾ ਜਿਹੜੇ ਇਲਾਹਾਬਾਦ ਵਿੱਚ ਜਿਹੜਾ ਸਤੰਭ ਲਿਖ ਪ੍ਰਾਪਤ ਹੋਇਆ ਉਹਨਾਂ ਦੇ ਵਿੱਚ ਕੀਤਾ ਗਿਆ ਆਪਾਂ ਨੂੰ ਮਿਲਦਾ ਹੈਗਾ ਏ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਇਹ ਜਿਹੜਾ ਸਮੁੰਦਰਗੁਪਤ ਦਾ ਚਿੱਤਰ ਹੈਗਾ ਏ ਤੇ ਇਹਦੇ ਵਿੱਚ ਇਹਨਾਂ ਨੂੰ ਵੀਣਾ ਜਿਹੜਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਤੇ ਜਿਹੜਾ ਵੀਣਾ ਹੈਗਾ ਇਹ ਥੋੜ੍ਹਾ ਜਿਹਾ ਸਤਾਰ ਦੀ ਤਰ੍ਹਾਂ ਹੀ ਦੇਖਣ ਵਿੱਚ ਹੈਗਾ ਏ। ਤੇ ਇਹ ਜਿਹੜੇ ਚਿੱਤਰ ਹੈਗਾ ਇਹ ਜਿਹੜੇ ਮੋਸਟਲੀ ਇਹਨਾਂ ਦੇ ਸਿੱਕੇ ਹੈਗੇ ਨੇ ਜਾਂ ਆਪਾਂ ਕਹੀਏ ਵੀ ਕੁਝ ਸਿੱਕਿਆਂ ਦੇ ਉੱਪਰ ਇਹਨਾਂ ਦੇ ਜਿਹੜੇ ਇਹ ਵਾਲਾ ਚਿੱਤਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਏ। ਜੇ ਆਪਾਂ ਮੈਪ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਇਹ ਵਾਲੀਆਂ ਡਾਟ ਵਾਲੀ ਲਾਈਨ ਹੈਗੀ ਹੈ ਤੇ ਇਹ ਜਿਹੜਾ ਇੱਥੋਂ ਤੱਕ ਸਮੁੰਦਰਗੁਪਤ ਨੇ ਜਿਹੜਾ ਆਪਣਾ ਰਾਜ ਜਿਹੜਾ ਸਿੱਧੇ ਤੌਰ ਤੇ ਕੀਤਾ ਸੀ ਇਸ ਜਿਹੜਾ ਇਹ ਵਾਲਾ ਹਿੱਸਾ ਹੈਗਾ ਏ। ਇਸ ਤੋਂ ਇਲਾਵਾ ਜੇ ਆਪਾਂ ਉਹਦੀਆਂ ਜਿੱਤਾਂ ਦੀ ਗੱਲ ਕਰੀਏ ਜਿਹੜਾ ਦੱਖਣ ਭਾਰਤ ਵਿੱਚ ਜਿਹੜੀਆਂ ਮੁਹਿੰਮਾਂ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਜਿਹੜਾ ਇਹ ਵਾਲੀ ਜਿਹੜੀ ਡਾਰਕ ਬਲੈਕ ਲਾਈਨ ਹੈਗੀ ਹੈ ਇਹ ਤੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਇਹ ਵਾਲੇ ਹਿੱਸੇ ਹੈਗੇ ਨੇ ਇਹਨਾਂ ਦੇ ਉੱਪਰ ਉਹਨਾਂ ਨੇ ਜਿਹੜਾ ਉਸ ਟਾਈਮ ਦੇ ਸ਼ਾਸਕ ਸੀ ਉੱਥੋਂ ਦੇ ਜਿਹੜੇ ਦੱਖਣ ਭਾਰਤ ਦੇ ਉਹਨਾਂ ਦੇ ਉੱਪਰ ਆਪਣਾ ਜਿਹੜਾ ਕਬਜ਼ਾ ਕੀਤਾ ਹੋਇਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਆਪਣੇ ਅਧੀਨ ਕਰਕੇ ਰੱਖਿਆ ਹੋਇਆ ਸੀ। ਤੇ ਜਿਹੜੇ ਸ਼ਾਸਕ ਸੀਗੇ ਇਹ ਸੁਤੰਤਰ ਨਾ ਹੋ ਕੇ ਸਮੁੰਦਰਗੁਪਤ ਦੇ ਅਧੀਨ ਜਿਹੜਾ ਸ਼ਾਸਨ ਕਰਦੇ ਸੀਗੇ। ਇਸ ਤੋਂ ਇਲਾਵਾ ਜੇ ਆਪਾਂ ਉੱਤਰ ਭਾਰਤ ਦੀ ਗੱਲ ਕਰੀਏ ਜਾਂ ਜਿਸ ਨੂੰ ਉਸ ਟਾਈਮ ਤੇ ਜਿਹੜਾ ਆਰਿਆਵਰਤ ਬੋਲਿਆ ਜਾਂਦਾ ਸੀਗਾ, ਇਹਦੇ ਜਿਹੜੇ 8 ਰਾਜੇ ਹੋਏ ਨੇ ਉਹਨਾਂ ਨੂੰ
ਸਮੁੰਦਰਗੁਪਤ ਨੇ ਹਰਾਇਆ ਸੀ। ਤੇ ਜਾਂ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲੀ 12 ਰਾਜੇ ਨੇ ਜਿਨ੍ਹਾਂ ਨੂੰ ਸਮੁੰਦਰਗੁਪਤ ਨੇ ਹਰਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਆਪਾਂ ਗੱਲ ਕਰੀਏ ਸਰਹੱਦੀ ਰਾਜ ਜਾਂ ਫਿਰ ਜਿਹੜੇ ਗਣਤੰਤਰ ਰਾਜ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਰਾਜਤੰਤਰ ਨਾ ਹੋ ਕੇ ਜਿਹੜੇ ਗਣਤੰਤਰ ਰਾਜ ਸੀਗੇ ਉਹਨਾਂ ਨੇ ਵੀ ਜਿਹੜੇ ਸਮੁੰਦਰਗੁਪਤ ਹੈਗੇ ਨੇ ਉਹਨਾਂ ਦੀ ਅਧੀਨਤਾ ਸਵੀਕਾਰ ਕੀਤੀ ਸੀ। ਇਸ ਤੋਂ ਇਲਾਵਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਮਦਰਕ ਕਬੀਲਾ ਸੀ ਜਾਂ ਫਿਰ ਜੋ ਲੋਕ ਸੀਗੇ ਉਹਨਾਂ ਨੇ, ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਤੇ ਹਰਿਆਣੇ ਦੇ ਜਿਹੜੇ ਯੋਧੇ ਸੀਗੇ ਇਹ ਵੀ ਇਹਦੇ ਵਿੱਚ ਇਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਸਮੁੰਦਰਗੁਪਤ ਦੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪੱਛਮੀ ਤਾਕਤਾਂ ਦੀ ਜਿਹੜੀਆਂ ਹੈਗੀਆਂ ਨੇ ਵਿਦੇਸ਼ੀ ਤਾਕਤਾਂ ਜਿਹੜੀਆਂ ਆਪਾਂ ਗੱਲ ਕਰ ਲਈਏ ਸ਼ੱਕ ਕੁਸ਼ਾਣ ਵਗੈਰਾ ਸੀਗੇ ਉਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸ਼ੱਕ ਜਿਹੜੇ ਹੈਗੇ ਨੇ ਇਹਨਾਂ ਨੂੰ ਵੀ ਜਿਹੜਾ ਭਾਰਤ ਦੇ ਵਿੱਚੋਂ ਇਹਨਾਂ ਨੂੰ ਖਤਮ ਕਰਨ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਜਿਹੜਾ ਅਦਾ ਕੀਤਾ ਹੈਗਾ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਗੰਧਾਰ ਦੇ ਜਿਹੜੇ ਕੁਸ਼ਾਣ ਹੈਗੇ ਨੇ, ਇਸ ਤੋਂ ਇਲਾਵਾ ਜਿਹੜੇ ਸ਼੍ਰੀਲੰਕਾ ਜਾਂ ਫਿਰ ਹੋਰ ਜਿਹੜੇ ਹੈਗੇ ਨੇ ਲੋਕ ਸੀਗੇ ਵਿਦੇਸ਼ੀ ਜਿਹੜੇ ਉਹਨਾਂ ਦੇ ਨਾਲ ਵੀ ਜਿਹੜੀਆਂ ਇਹਨਾਂ ਨੇ ਸੰਧੀਆਂ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਅਧੀਨਤਾ ਸਵੀਕਾਰ ਕਰਨ ਲਈ ਜਿਹੜਾ ਮਜਬੂਰ ਕੀਤਾ ਸੀ। ਜੇ ਆਪਾਂ ਗੰਧਾਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਉੱਤਰ ਪੱਛਮੀ ਸਰਹੱਦੀ ਪ੍ਰਦੇਸ਼ ਜਿਹੜਾ ਹੈਗਾ ਹੈ ਜਾਂ ਫਿਰ ਪਾਕਿਸਤਾਨ ਤੇ ਜਿਹੜੇ ਕੁਝ ਹਿੱਸੇ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਉਸ ਟਾਈਮ ਦੇ ਜਿਹੜਾ ਗੰਧਾਰ ਹੈਗਾ ਹੈ। ਜੇ ਆਪਾਂ ਗੱਲ ਕਰੀਏ ਸਮੁੰਦਰਗੁਪਤ ਦੀ ਯੋਧਾ ਹੋਣ ਦੇ ਨਾਲ ਨਾਲ ਜਿਹੜੇ ਬਹੁਤ ਵਧੀਆ ਸ਼ਾਸਕ ਵੀ ਸੀਗੇ। ਇਸ ਤੋਂ ਇਲਾਵਾ ਜੋ ਇੱਕ ਮਹਾਨ ਕਵੀ ਤੇ ਸੰਗੀਤਕਾਰ ਦੇ ਰੂਪ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿਵੇਂ ਕਿ ਆਪਾਂ ਪਿੱਛੇ ਚਿੱਤਰ ਦੇ ਵਿੱਚ ਉਹਨਾਂ ਨੂੰ ਵੀਣਾ ਵਜਾਉਂਦੇ ਹੋਏ ਦੇਖਿਆ ਹੈਗਾ ਹੈ। ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ, ਸਿੱਕਿਆਂ ਦੇ ਉੱਪਰ ਵੀ ਜਿਹੜਾ ਇਹਨਾਂ ਨੂੰ ਬੈਠੇ ਹੋਏ ਵੀਣਾ ਵਜਾਉਂਦੇ ਹੋਏ ਜਿਹੜਾ ਦਿਖਾਇਆ ਗਿਆ ਜਿਸ ਤਰ੍ਹਾਂ ਆਪਾਂ ਉਹ ਚਿੱਤਰ ਦੇ ਵਿੱਚ ਪਿੱਛੇ ਗੱਲ ਕੀਤੀ ਹੈਗੀ ਹੈ। ਤੇ ਇਸ ਤੋਂ ਇਲਾਵਾ ਉਹਨਾਂ ਦੇ ਦਰਬਾਰ ਦੇ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਵਿਦਵਾਨ ਤੇ ਕਲਾਕਾਰ ਵੀ ਮੌਜੂਦ ਸੀਗੇ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਚੰਦਰਗੁਪਤ ਦੂਸਰੇ ਦੇ ਬਾਰੇ ਵਿੱਚ। ਚੰਦਰਗੁਪਤ ਦੂਸਰੇ ਦੀ ਗੱਲ ਕਰੀਏ ਤਾਂ ਜਿਹੜਾ ਸਮੁੰਦਰਗੁਪਤ ਹੋਇਆ ਹੈ ਉਹਨਾਂ ਦਾ ਪੁੱਤਰ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਪਾਂ ਜੋ ਵੀ ਕਹਾਣੀਆਂ ਸੁਣਦੇ ਹਾਂ ਵਿਕਰਮ ਤੇ ਬੇਤਾਲ ਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਇਸ ਚੰਦਰਗੁਪਤ ਦੂਸਰਾ ਜਾਂ ਚੰਦਰਗੁਪਤ ਵਿਕਰਮਾਦਿੱਤ ਹੈਗਾ ਇਹਨਾਂ ਦੇ ਨਾਲ ਹੀ ਸੰਬੰਧਿਤ ਸੀਗੀਆਂ। ਤੇ ਇਹ ਜਿਹੜੀਆਂ ਕਹਾਣੀਆਂ ਹੈਗੀਆਂ ਨੇ ਕਿੰਨੀਆਂ ਸੱਚ ਨੇ ਜਾਂ ਫਿਰ ਕਿੰਨੀਆਂ ਝੂਠ ਨੇ ਇਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਤੇ ਪਰ ਆਪਾਂ ਉਸ ਟਾਈਮ ਤੇ ਦੇਖ ਸਕਦੇ ਹਾਂ ਕਿ ਪ੍ਰਾਚੀਨ ਕਾਲ ਦੇ ਵਿੱਚ ਜਿਹੜਾ ਇਹ ਰਾਜਾ ਸੀਗਾ ਬਹੁਤ ਜ਼ਿਆਦਾ ਲੋਕਪ੍ਰਿਯ ਸੀਗਾ। ਜਿਨ੍ਹਾਂ ਦੀ ਸ਼ਾਸਨ ਦੀ ਗੱਲ ਕਰੀਏ ਤਾਂ ਇਹਨਾਂ ਨੇ 380 ਈਸਵੀ ਤੋਂ 412 ਈਸਵੀ ਤੱਕ ਰਾਜ ਕੀਤਾ। ਤੇ ਜਿਹੜੇ ਇਹਨਾਂ ਦੀਆਂ ਜਿਹੜੀਆਂ ਜਿੱਤਾਂ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਦੀ ਸਭ ਤੋਂ ਜਿਹੜੀ ਮਹਾਨ ਜਿੱਤ ਸੀਗੀ ਉਹ ਸ਼ੱਕਾਂ ਦੇ ਉੱਪਰ ਸੀਗੀ, ਜਿਨ੍ਹਾਂ ਨੂੰ ਇਹਨਾਂ ਨੇ ਭਾਰਤ ਦੇ ਵਿੱਚੋਂ ਜੋ ਉਹਨਾਂ ਦਾ ਸ਼ਾਸਨ ਖਤਮ ਕਰਕੇ ਵਿਦੇਸ਼ੀ ਰਾਜ ਦਾ ਜਿਹੜਾ ਪੂਰੀ ਤਰ੍ਹਾਂ ਨਾਲ ਅੰਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕੁਤਬ ਮੀਨਾਰ ਦੇ ਕੋਲ ਜਿਹੜਾ ਲੋਹੇ ਦਾ ਸਤੰਭ ਲੱਗਿਆ ਹੋਇਆ ਆਪਾਂ ਦੇਖਦੇ ਹੈਗੇ ਹਾਂ, ਉਹ ਵੀ ਜਿਹੜਾ ਇਹਨਾਂ ਦੁਆਰਾ ਬਣਵਾਇਆ ਗਿਆ ਸੀ। ਤੇ ਇਸ ਦੇ ਉੱਪਰ ਜਿਹੜੇ ਉਹਨਾਂ ਦੇ ਜਿਹੜੀਆਂ ਸਫਲਤਾਵਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਬਾਰੇ ਵਿੱਚ ਲੇਖ ਲਿਖੇ ਗਏ ਨੇ ਇਸ ਜਿਹੜਾ ਸਤੰਭ ਦੇ ਉੱਪਰ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਤੇ ਉਹਨਾਂ ਨੇ ਜਿਹੜਾ ਬੰਗਾਲ ਦੇ ਰਾਜਿਆਂ ਦੇ ਗੁੱਟ ਨੂੰ ਹਰਾਇਆ ਸੀ ਉਹਦੇ ਬਾਰੇ ਵਿੱਚ ਵੀ ਜਿਹੜਾ ਇਸੇ ਦੇ ਉੱਪਰ ਜਿਹੜਾ ਲੋਹੇ ਦੇ ਸਤੰਭ ਦੇ ਉੱਪਰ ਲੇਖ ਲਿਖੇ ਹੋਏ ਮਿਲਦੇ ਨੇ। ਭਾਰਤ ਦੇ ਵਿੱਚ ਵੀ ਉਹਨਾਂ ਦੀ ਖਿਆਤੀ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਤੇ ਜੇ ਫਿਰ ਸਿੰਧ ਨਦੀ ਨੂੰ ਪਾਰ ਕਰਕੇ ਵੀ ਇਹਨਾਂ ਨੇ ਜਿਹੜਾ ਉੱਤਰੀ ਅਫਗਾਨਿਸਤਾਨ ਹੈਗਾ ਹੈ ਤੇ ਉਹਦੇ ਵਿੱਚ ਬਲਖ ਦੇ ਖੇਤਰ ਨੂੰ ਜਿੱਤਿਆ ਸੀ ਇਹਨਾਂ ਨੇ। ਤੇ ਇੱਕ ਹੋਰ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਿਹੜੇ ਹੁਣ ਜਿਹੜੇ ਖੁਖਾਰ ਲੋਕ ਸੀਗੇ ਖੁਖਾਰ ਕਬੀਲੇ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਹਰਾਇਆ ਹੋਵੇ। ਅੱਗੇ ਜੇ ਆਪਾਂ ਚੰਦਰਗੁਪਤ ਦੇ ਦੁਆਰਾ ਬਣਾਏ ਗਏ ਸਿੱਕਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੇ ਸੋਨੇ ਚਾਂਦੀ ਤੇ ਤਾਂਬੇ ਦੇ ਸਿੱਕੇ ਜਿਹੜੇ ਜਾਰੀ ਕਰਵਾਏ ਸੀ। ਸਿੱਕੇ ਜਿਹੜੇ ਨੇ ਬਹੁਤ ਜਿਹੜੇ ਜ਼ਿਆਦਾ ਸੋਹਣੇ ਸੀਗੇ। ਇਸ ਤੋਂ ਇਲਾਵਾ ਜੇ ਆਪਾਂ ਉਹਨਾਂ ਦੇ ਧਰਮ ਦੀ ਗੱਲ ਕਰੀਏ ਤਾਂ ਜਿਹੜਾ ਉਹ ਭਗਵਾਨ ਵਿਸ਼ਨੂੰ ਦਾ ਭਗਤ ਸੀ। ਤੇ ਇਸ ਤੋਂ ਇਲਾਵਾ ਉਹ ਬਾਕੀ ਧਰਮਾਂ ਦਾ ਵੀ ਆਦਰ ਕਰਦਾ ਸੀ। ਤੇ ਨਾਲ ਹੀ ਉਹਨਾਂ ਨੇ ਜਿਹੜੀ ਵਿਕਰਮਾਦਿੱਤ ਹੈਗੀ ਹੈ ਉਹਨਾਂ ਦੀ ਉਪਾਧੀ ਸੀਗੀ ਜਿਹੜੀ ਉਹਨਾਂ ਨੇ ਧਾਰਨ ਕੀਤੀ ਸੀਗੀ, ਤੇ ਜਿਸ ਦਾ ਅਰਥ ਹੁੰਦਾ ਹੈ ਵੀਰਤਾ ਦਾ ਸੂਰਜ। ਚੰਦਰਗੁਪਤ ਉਹਨਾਂ ਦਾ ਨਾਮ ਸੀਗਾ ਜਾਂ ਫਿਰ ਜੇ ਉਹਨਾਂ ਦੇ ਦਾਦੇ ਦੀ ਗੱਲ ਕਰੀਏ ਜਾਂ ਉਹ ਚੰਦਰਗੁਪਤ ਪਹਿਲੇ ਹੋਏ ਨੇ, ਤੇ ਇਹ ਜਿਹੜੇ ਚੰਦਰਗੁਪਤ ਦੂਸਰੇ ਸੀ ਤੇ ਜਿਹੜੀ ਵਿਕਰਮਾਦਿੱਤ ਉਹਨਾਂ ਦੁਆਰਾ ਉਪਾਧੀ ਧਾਰਨ ਕੀਤੀ ਗਈ ਸੀ। ਚੰਦਰਗੁਪਤ ਸੈਕਿੰਡ ਤੋਂ ਅੱਗੇ ਆਪਾਂ ਗੱਲ ਕਰਾਂਗੇ ਸਕੰਦਗੁਪਤ ਦੇ ਬਾਰੇ ਵਿੱਚ, ਜਿਹੜਾ ਕਿ ਚੰਦਰਗੁਪਤ ਸੈਕਿੰਡ ਹੈਗਾ ਉਹਨਾਂ ਦਾ ਪੁੱਤਰਾ ਸੀ। ਤੇ ਜੇ ਇਹਦੇ ਸਕੰਦਗੁਪਤ ਤੇ ਚੰਦਰਗੁਪਤ ਦੇ ਵਿਚਕਾਰ ਜੋ ਸ਼ਾਸਕ ਹੋਇਆ ਹੈ ਉਹ ਕੁਮਾਰਗੁਪਤ ਹੈਗੇ ਨੇ, ਜਿਹੜੇ ਕਿ ਕੁਮਾਰਗੁਪਤ ਮਹਿੰਦਰਗੁਪਤ ਦੇ ਨਾਮ ਨਾਲ ਵੀ ਜਾਣੇ ਜਾਂਦੇ ਹੈਗੇ ਨੇ। ਤੇ ਇਸ ਤੋਂ ਬਾਅਦ ਆਪਾਂ ਸਕੰਦਗੁਪਤ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਇਹਨਾਂ ਦਾ ਜੇ ਰਾਜ ਦੀ ਗੱਲ ਕਰੀਏ ਰਾਜਗੱਦੀ ਦੇ ਉੱਪਰ ਬੈਠਣ ਦੀ ਗੱਲ ਕਰੀਏ ਤਾਂ ਇਹਨਾਂ ਨੇ 454 ਈਸਵੀ ਤੋਂ 467 ਈਸਵੀ ਤੱਕ ਜਿਹੜਾ ਰਾਜ ਕੀਤਾ। ਤੇ ਇਹ ਜਿਹੜੇ ਹੈਗੇ ਨੇ ਮਹਾਨ ਰਾਜਾ ਤੇ ਜੇਤੂ ਦੇ ਨਾਮ ਨਾਲ ਵੀ ਜਾਣੇ ਜਾਂਦੇ ਹੈਗੇ ਨੇ। ਜਦੋਂ ਇਹਨਾਂ ਨੇ ਜਿਹੜਾ ਰਾਜਗੱਦੀ ਸੰਭਾਲੀ ਤਾਂ ਉਸ ਤੋਂ ਥੋੜ੍ਹੇ ਟਾਈਮ ਬਾਅਦ ਹੀ ਜਿਹੜਾ ਭਾਰਤ ਦੇ ਉੱਪਰ ਜਿਹੜੀ ਵਿਦੇਸ਼ੀ ਜਾਤੀ ਸੀਗੀ ਹੁਣ ਉਹਨਾਂ ਨੇ ਹਮਲਾ ਕਰ ਦਿੱਤਾ, ਜਿਸ ਦੇ ਚੱਲਦੇ ਜਿਹੜਾ ਇਹ ਹਮਲੇ ਦੇ ਚੱਲਦੇ ਸਕੰਦਗੁਪਤ ਹੈਗਾ ਜਿਹੜਾ ਉਹਨਾਂ ਨੇ ਉਹਨਾਂ ਦਾ ਜਿਹੜਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਜਿਹੜਾ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ। ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਿਰ ਜਿਹੜਾ ਪੁਸ਼ਯਮਿੱਤਰ ਨਾਂ ਦਾ ਇੱਕ ਹੋਰ ਜਾਤੀ ਸੀਗੀ ਉਹਨਾਂ ਨੂੰ ਵੀ ਇਹਨਾਂ ਨੇ ਹਰਾਇਆ ਸੀ ਸਕੰਦਗੁਪਤ ਦੁਆਰਾ। ਇਹਨਾਂ ਨੂੰ ਜਿਹੜਾ ਹਰਾਇਆ ਗਿਆ ਸੀ ਪੁਸ਼ਯਮਿੱਤਰ ਨੂੰ। ਸਕੰਦਗੁਪਤ ਦੇ ਬਾਅਦ ਜਿਹੜਾ ਗੁਪਤ ਵੰਸ਼ ਦਾ ਪਤਨ ਸ਼ੁਰੂ ਹੋ ਜਾਂਦਾ ਹੈਗਾ, ਕਿਉਂਕਿ ਇਸ ਤੋਂ ਬਾਅਦ ਜਿਹੜੇ ਵਿਦੇਸ਼ੀ ਸ਼ਕਤੀਆਂ ਹੈਗੀਆਂ ਨੇ ਉਹ ਲਗਾਤਾਰ ਭਾਰਤ ਦੇ ਉੱਪਰ ਹਮਲੇ ਕਰਦੀਆਂ ਨੇ। ਤੇ ਜਿਹੜਾ ਇਹ ਸਾਮਰਾਜ ਹੈਗਾ ਇਹ ਹੌਲੀ ਹੌਲੀ ਜਿਹੜਾ ਪਤਨ ਵੱਲ ਚਲਾ ਜਾਂਦਾ ਹੈਗਾ। ਤੇ ਇਸ ਦੇ ਅਧੀਨ ਬਹੁਤ ਸਾਰੇ ਜਿਹੜੇ ਰਾਜ ਹੈਗੇ ਨੇ ਵਿਦੇਸ਼ੀ ਸ਼ਕਤੀਆਂ ਦੇ
ਹਮਲਿਆਂ ਦੇ ਚੱਲਦੇ ਜਦੋਂ ਇਹ ਵੰਸ਼ ਕਮਜ਼ੋਰ ਹੁੰਦਾ ਤੇ ਜਿਹੜੇ ਅਧੀਨ ਸ਼ਾਸਕ ਰਾਜੇ ਸੀਗੇ ਉਹਨਾਂ ਨੇ ਜਿਹੜਾ ਆਪਦੇ ਆਪ ਨੂੰ ਆਜ਼ਾਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਚੱਲਦੇ ਜਿਹੜੇ ਭਾਰਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਗੁਪਤ ਵੰਸ਼ ਦੀ ਤਾਂ ਉਹ ਹੌਲੀ ਹੌਲੀ ਜਿਹੜਾ ਹੁੰਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਸ ਤੋਂ ਬਾਅਦ ਹੁਣ ਹੈਗੇ ਨੇ ਜਿਹੜੇ ਉਹ ਭਾਰਤ ਦੇ ਉੱਪਰ ਆਪਣਾ ਰਾਜ ਜਿਹੜਾ ਸਥਾਪਿਤ ਕਰ ਲੈਂਦੇ ਨੇ, ਅਤੇ 550 ਈਸਵੀ ਦੇ ਲਗਭਗ ਜਿਹੜਾ ਇਸ ਰਾਜ ਦਾ ਜਿਹੜਾ ਪੂਰੀ ਤਰ੍ਹਾਂ ਨਾਲ ਅੰਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਜਿਹੜੀ ਵੀਡੀਓ ਦਾ ਐਂਡ ਹੁੰਦਾ ਹੈਗਾ, ਅਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।